ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਸ਼ੈਲਜਾ ਕੁਮਾਰੀ ਹੈ। ਮੈਂ ਸਰਕਾਰੀ ਹਾਈ ਸਕੂਲ ਸੋਹੋਵਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਮੈਂ ਵਿਸ਼ਾ ਪੰਜਾਬੀ ਜਮਾਤ 9ਵੀਂ ਦੇ ਪਾਠਕ੍ਰਮ ਵਿੱਚ ਸ਼ਾਮਿਲ ਵਿਧਾਤਾ ਸਿੰਘ ਤੀਰ ਜੀ ਦੀ ਰਚਨਾਵਾਂ ਨਵੀਂ ਪੁਰਾਣੀ ਤਹਿਜ਼ੀਬ ਅਤੇ ਨੌਜਵਾਨ ਹਿੰਦੀ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ। ਵਿਧਾਤਾ ਸਿੰਘ ਤੀਰ ਜੀ ਪੰਜਾਬੀ ਸਾਹਿਤ ਵਿੱਚ ਬਹੁਤ ਹੀ ਵਡਮੁੱਲੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਹੋਏ ਉੱਭਰੇ ਹਨ। ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ। ਉਹਨਾਂ ਨੇ ਆਪਣੇ ਜੀਵਨ ਵਿੱਚ ਕਈ ਕਾਵਿ ਸੰਗ੍ਰਹਿ ਦੀ ਰਚਨਾ ਕੀਤੀ ਜੋ ਕਿ ਕੋਈ ਨਾ ਕੋਈ ਉਦੇਸ਼ ਮਨੁੱਖ ਨੂੰ ਦਿੰਦੇ ਹਨ। ਵਿਧਾਤਾ ਸਿੰਘ ਤੀਰ ਜੀ ਦਾ ਜਨਮ 1901 ਤੋਂ 1973 ਈਸਵੀ ਤੱਕ ਹੋਇਆ ਹੈ। ਆਓ ਅਸੀਂ ਵਿਧਾਤਾ ਸਿੰਘ ਤੀਰ ਜੀ ਦੇ ਜੀਵਨ ਦੇ ਉੱਪਰ ਕੁਝ ਚਾਨਣਾ ਪਾਈਏ। ਵਿਧਾਤਾ ਸਿੰਘ ਤੀਰ ਜੀ ਦਾ ਜਨਮ ਪਿਤਾ ਸਰਦਾਰ ਹੀਰਾ ਸਿੰਘ ਅਤੇ ਮਾਤਾ ਕਹਾਣੀ ਦੇਵੀ ਜੀ ਦੇ ਘਰ ਪਿੰਡ ਘਗਰੋਟ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਵਿੱਚ 15 ਅਗਸਤ 1901 ਈਸਵੀ ਨੂੰ ਹੋਇਆ। ਭਾਵੇਂ ਆਪ ਨੂੰ ਬਕਾਇਦਾ ਵਿੱਦਿਆ ਪ੍ਰਾਪਤੀ ਦਾ ਸੁਭਾਗ ਪ੍ਰਾਪਤ ਨਾ ਹੋਇਆ, ਪਰ ਆਪ ਨੇ ਅਕਾਲੀ ਲਹਿਰ ਦੇ ਪ੍ਰਭਾਵ ਹੇਠ ਆ ਕੇ ਲਿਖਣਾ ਸ਼ੁਰੂ ਕਰ ਦਿੱਤਾ। ਵਿਧਾਤਾ ਸਿੰਘ ਤੀਰ ਜੀ ਕਵੀ ਦਰਬਾਰਾਂ ਦੀ ਸ਼ਾਨ ਸਮਝੇ ਜਾਂਦੇ ਸਨ। ਆਪ ਨੇ ਬਹੁਤ ਧਾਰਮਿਕ ਅਤੇ ਸਟੇਜੀ ਕਵਿਤਾ ਲਿਖੀ। ਸਰਲਤਾ, ਸਪਸ਼ਟਤਾ ਅਤੇ ਸਾਦਗੀ ਆਪ ਜੀ ਦੀ ਕਾਵਿ ਸ਼ੈਲੀ ਦੇ ਮੁੱਖ ਗੁਣ ਹਨ। ਵਿਧਾਤਾ ਸਿੰਘ ਤੀਰ ਜੀ ਦਾ ਦੇਹਾਂਤ 1973 ਈਸਵੀ ਨੂੰ ਹੋਇਆ। ਆਪ ਜੀ ਦੀਆਂ ਮੁੱਖ ਕਾਵਿ ਰਚਨਾਵਾਂ ਇਹ ਹਨ: ਅਨਿਆਲੇ ਤੀਰ, ਨਵੇਂ ਨਿਸ਼ਾਨੇ, ਗੂੰਗੇ ਗੀਤ, ਕਾਲ ਕੂਕਾ, ਬੰਦਾ ਸਿੰਘ ਬਹਾਦਰ ਅਤੇ ਦਸਮੇਸ਼ ਦਰਸ਼ਨ। ਇਹ ਉਹਨਾਂ ਦੀ ਪ੍ਰਮੁੱਖ ਕਾਵਿ ਰਚਨਾਵਾਂ ਹਨ। ਆਓ ਅਸੀਂ ਹੁਣ ਵਿਧਾਤਾ ਸਿੰਘ ਤੀਰ ਜੀ ਦੀਆਂ ਰਚਨਾਵਾਂ, ਜਿਹੜੀ ਪਹਿਲੀ ਰਚਨਾ ਹੈ ਉਹਨਾਂ ਦੀ ਨਵੀਂ ਪੁਰਾਣੀ ਤਹਿਜ਼ੀਬ, ਉਸ ਨੂੰ ਵਿਸਥਾਰ ਸਹਿਤ ਪੜ੍ਹੀਏ। ਨਵੀਂ ਪੁਰਾਣੀ ਤਹਿਜ਼ੀਬ ਵਿੱਚ ਕਵੀ ਵਿਧਾਤਾ ਸਿੰਘ ਤੀਰ ਜੀ ਦੁਆਰਾ ਦੱਸਿਆ ਗਿਆ ਹੈ ਕਿ ਭਾਰਤ ਦੀ ਪੁਰਾਣੀ ਸੱਭਿਅਤਾ ਵਿੱਚ ਪਵਿੱਤਰਤਾ, ਪ੍ਰੇਮ ਪਿਆਰ, ਸਾਊਪੁਣਾ, ਸੁਰਤਾਈ ਅਤੇ ਸਾਦਗੀ ਪ੍ਰਧਾਨ ਸੀ। ਪਰੰਤੂ ਨਵੀਂ ਪੱਛਮੀ ਸੱਭਿਅਤਾ ਵਿੱਚ ਵੈਰ ਵਿਰੋਧ, ਲੁਚਪੁਣੇ, ਕਿਰਤੀਆਂ ਦੀ ਲੁੱਟ, ਭੁੱਖ ਨੰਗ, ਕਮਜ਼ੋਰ ਸਰੀਰ ਵਾਲੇ ਗੱਭਰੂਆਂ ਦੇ ਨਵੇਂ ਫੈਸ਼ਨਾਂ ਨਾਲ ਇਹ ਭਰਪੂਰ ਹੈ। ਇਸ ਕਰਕੇ ਇਸ ਨੂੰ ਭਾਰਤ ਦੇ ਮੱਥੇ ਉੱਤੇ ਲੱਗਾ ਕਲੰਕ ਸਮਝਣਾ ਚਾਹੀਦਾ ਹੈ। ਸੋ ਬੱਚੋ, ਇਸ ਰਚਨਾ ਵਿੱਚ ਮੁੱਖ ਤੌਰ 'ਤੇ ਕਵੀ ਜੀ ਕੀ ਫਰਮਾਉਣਾ ਚਾਹੁੰਦੇ ਹਨ ਕਿ ਪੁਰਾਣੀ ਸੱਭਿਅਤਾ ਅਤੇ ਨਵੀਂ ਸੱਭਿਅਤਾ ਦੀ ਤੁਲਨਾ ਕੀਤੀ ਜਾਵੇ ਤਾਂ ਪੁਰਾਣੀ ਸੱਭਿਅਤਾ ਵਿੱਚ ਲੋਕ ਜ਼ਿਆਦਾ ਇਮਾਨਦਾਰ, ਸੱਚੇ, ਦਿਲੋਂ ਪਿਆਰ ਕਰਨ ਵਾਲੇ ਸੀ, ਜਦਕਿ ਹੁਣ ਵਾਲੀ ਸੱਭਿਅਤਾ ਵਿੱਚ ਕੁਝ ਵੀ ਅਜਿਹਾ ਦੇਖਣ ਨੂੰ ਨਹੀਂ ਮਿਲਦਾ। ਜੋ ਸੱਭਿਅਤਾ ਇੱਕ ਵਾਰੀ ਖੁੱਜ ਗਈ ਹੈ ਸਾਡੇ ਕੋਲੋਂ, ਉਹ ਮੁੜ ਕੇ ਵਾਪਸ ਨਹੀਂ ਆ ਸਕਦੀ। ਇਸ ਕਰਕੇ ਕਵੀ ਬਹੁਤ ਹੀ ਅਫਸੋਸ ਇਸ ਵਿੱਚ ਪ੍ਰਗਟ ਕਰਦਾ ਹੈ। ਚਲੋ ਬੱਚੋ, ਹੁਣ ਅਸੀਂ ਕਵਿਤਾ ਸ਼ੁਰੂ ਕਰਨ ਜਾ ਰਹੇ ਹਾਂ। ਹੱਥ ਵੇਲਾ ਨਹੀਂ ਆਉਂਦਾ, ਹੱਥੋਂ ਜੋ ਗਵਾਚ ਗਿਆ, ਉਹ ਜੋਬਨ ਨਹੀਂ ਮੁੜਦਾ ਜੋ ਪੱਤਰਾ ਵਾਚ ਗਿਆ। ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਹਨ, ਪਰਤਨ ਨਾ ਪਤਨਾ ਤੇ ਇਹ ਦਾਣੇ ਕਹਿ ਗਏ ਹਨ। ਤਦਬੀਰ ਲਿਆਵੇ ਕਿਵੇਂ, ਤਕਦੀਰ ਜੋ ਲੈ ਗਈ ਹੈ, ਗੱਲਾਂ ਹਨ ਚੱਲੀਆਂ ਤਾਂ ਗੱਲ ਕਰਨੀ ਪੈ ਗਈ ਹੈ। ਇਹਨਾਂ ਸਤਰਾਂ ਵਿੱਚ ਕਵੀ ਜੀ ਲਿਖਦੇ ਹਨ ਕਿ ਜਿਹੜਾ ਵੇਲਾ ਇੱਕ ਵਾਰ ਹੱਥੋਂ ਨਿਕਲ ਜਾਵੇ ਉਹ ਮੁੜ ਕੇ ਵਾਪਸ ਨਹੀਂ ਆਉਂਦਾ, ਅਤੇ ਨਾ ਹੀ ਉਹ ਜਵਾਨੀ ਮੁੜ ਕੇ ਵਾਪਸ ਆਉਂਦੀ ਹੈ ਜਿਹੜੀ ਇੱਕ ਵਾਰੀ ਚਲੀ ਜਾਂਦੀ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਦਰਿਆਵਾਂ ਦੇ ਜਿਹੜੇ ਪਾਣੀ ਇੱਕ ਵਾਰੀ ਪਤਨਾਂ ਉੱਤੋਂ ਲੰਘ ਕੇ ਜਾਂਦੇ ਹਨ, ਉਹ ਮੁੜ ਕੇ ਉਹਨਾਂ ਪਤਨਾਂ ਉੱਤੇ ਕਦੇ ਵੀ ਨਹੀਂ ਆਉਂਦੇ।
ਅਸਲ ਵਿੱਚ ਜਿਸ ਚੀਜ਼ ਨੂੰ ਕਿਸਮਤ ਹੀ ਖੋ ਕੇ ਲੈ ਜਾਵੇ ਉਸ ਨੂੰ ਤੁਸੀਂ ਆਪਣੀ ਬੁੱਧੀ ਨਾਲ ਸੋਚੇ ਤਰੀਕਿਆਂ ਨਾਲ ਵੀ ਵਾਪਸ ਨਹੀਂ ਲਿਆ ਸਕਦੇ। ਇਸ ਕਰਕੇ ਜਿਹੜੀ ਪੁਰਾਣੀ ਤਹਿਜ਼ੀਬ ਇੱਕ ਵਾਰੀ ਚਲੀ ਗਈ ਹੈ, ਭਾਵੇਂ ਉਹ ਕਿੰਨੀ ਹੀ ਚੰਗੀ ਸੀ, ਮੁੜ ਕੇ ਵਾਪਸ ਨਹੀਂ ਆ ਸਕਦੀ। ਕਿਉਂਕਿ ਕਵੀ ਜੀ ਕਹਿੰਦੇ ਹਨ ਕਿ ਮੇਰੇ ਸਾਹਮਣੇ ਪੁਰਾਣੀ ਅਤੇ ਨਵੀਂ ਸੱਭਿਅਤਾ ਦੀ ਗੱਲ ਚੱਲੀ ਹੈ ਤਾਂ ਹੁਣ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਮੈਨੂੰ ਵੀ ਕੁਝ ਗੱਲਾਂ ਇਸ ਬਾਰੇ ਕਰਨ ਦੀ ਲੋੜ ਹੈ। ਅਗਲੀ ਪੰਕਤੀਆਂ ਹਨ, ਤਹਿਜ਼ੀਬ ਗਵਾਈ ਨਹੀਂ ਅਸਾਂ ਅਕਲ ਗਵਾ ਲਈ ਹੈ, ਕਪਲਾ ਗਾਉਂ ਦੇ ਕੇ ਇੱਕ ਖੋਤੀ ਵਟਾ ਲਈ ਹੈ, ਦੁੱਧ ਪੀਣੋਂ ਰਹਿ ਗਏ ਹਾਂ ਲਿੱਧ ਝੋਲੀ ਪਾ ਲਈ ਹੈ, ਕੀ ਲਈ ਤਹਿਜ਼ੀਬ ਨਵੀਂ ਗੱਲ ਜ਼ਹਿਮਤ ਪਾ ਲਈ ਹੈ, ਜੇ ਇਹ ਵੀ ਕਹਿ ਦਈਏ ਮਾਸਾ ਨਹੀਂ ਝੂਠ ਕੋਈ, ਰਿਸ਼ੀਆਂ ਦੇ ਚੌਂਕੇ ਵਿੱਚ ਪੱਛਮ ਦੀ ਝੂਠ ਕੋਈ, ਆਈ ਅੱਗ ਲੈਣ ਲਈ ਆ ਕੇ ਘਰ ਪਾ ਬੈਠੀ, ਭਾਰਤ ਦੇ 100 ਪੁਣੇ ਸਭ ਰਿਣ ਕੇ ਖਾ ਬੈਠੀ। ਇਹਨਾਂ ਸਤਰਾਂ ਵਿੱਚ ਕਵੀ ਜੀ ਲਿਖਦੇ ਹਨ ਕਿ ਅਸੀਂ ਕੇਵਲ ਪੁਰਾਣੀ ਸੱਭਿਅਤਾ ਨੂੰ ਹੀ ਨਹੀਂ ਭੁਲਾਇਆ, ਸਗੋਂ ਨਵੀਂ ਸੱਭਿਅਤਾ ਨੂੰ ਤਾਂ ਵੇਖੋ ਤਾਂ ਮੈਨੂੰ ਇੰਜ ਲੱਗਦਾ ਆ ਕਿ ਜਿਵੇਂ ਅਸੀਂ ਅਕਲ ਹੀ ਗਵਾ ਲਈ ਹੋਵੇ। ਪੁਰਾਣੀ ਸੱਭਿਅਤਾ ਤਾਂ ਪਵਿੱਤਰ ਕਪਲਾ ਗਾਉਂ ਦੇ ਸਮਾਨ ਸੀ ਕਿ ਗਾਉਂ ਨੂੰ ਬਹੁਤ ਹੀ ਪਵਿੱਤਰ ਪਸ਼ੂ ਮੰਨਿਆ ਜਾਂਦਾ ਹੈ। ਉਸ ਦੇ ਸਮਾਨ ਪੁਰਾਣੀ ਸੱਭਿਅਤਾ ਸੀ, ਪਰ ਅਸੀਂ ਉਸ ਨੂੰ ਆਪਣੇ ਘਰੋਂ ਕੱਢ ਕੇ ਨਵੀਂ ਪੱਛਮੀ ਸੱਭਿਅਤਾ ਰੂਪੀ ਖੋਤੀ ਜਿਹੜੀ ਘਰ ਵਿੱਚ ਲੈ ਆਂਦੀ ਹੈ। ਇਸ ਪ੍ਰਕਾਰ ਅਸੀਂ ਕਪਲਾ ਗਾਉਂ ਦੇ ਪਵਿੱਤਰ ਦੁੱਧ ਤੋਂ ਵਾਂਝੇ ਰਹਿ ਗਏ ਹਾਂ ਤੇ ਖੋਤੀ ਦੀ ਲਿੱਦ ਸਾਡੀ ਝੋਲੀ ਵਿੱਚ ਪੈ ਗਈ ਹੈ। ਇਹ ਨਵੀਂ ਸੱਭਿਅਤਾ ਹੈ ਕਿ ਪੱਛਮੀ ਸੱਭਿਅਤਾ ਬਾਰੇ ਗੱਲ ਕੀਤੀ ਗਈ ਹੈ ਕਿ ਇਹ ਕੀ ਹੈ। ਇਹ ਤਾਂ ਅਸੀਂ ਨਿਰੀ ਬਿਮਾਰੀ ਗੱਲ ਪਾ ਲਈ ਹੈ ਕਿ ਜੇਕਰ ਅਸੀਂ ਇਸ ਬਾਰੇ ਇਸ ਤਰ੍ਹਾਂ ਵੀ ਕਹਿ ਲਈਏ ਤਾਂ ਇਹ ਵੀ ਰਤਾ ਝੂਠ ਨਹੀਂ ਹੋਵੇਗਾ ਕਿ ਰਿਸ਼ੀਆਂ ਦੇ ਪਵਿੱਤਰ ਚੌਂਕੇ ਰੂਪ ਭਾਰਤ ਦੇਸ਼ ਵਿੱਚ ਪੱਛਮ ਦੀ ਝੂਠ ਆ ਗਈ ਹੈ, ਜਿਸ ਨੇ ਸਾਡੇ ਪਵਿੱਤਰ ਦੇਸ਼ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਇਹ ਪੱਛਮੀ ਸੱਭਿਅਤਾ ਤਾਂ ਭਾਰਤ ਨਾਲ ਵਪਾਰ ਕਰਨ ਲਈ ਪੱਛਮੀ ਸਾਮਰਾਜੀ ਦੇ ਨਾਲ ਆਈ ਸੀ ਤੇ ਜਿਸ ਤਰ੍ਹਾਂ ਉਹਨਾਂ ਨੇ ਮਗਰੋਂ ਸਾਰੇ ਭਾਰਤ ਉੱਤੇ ਕਬਜ਼ਾ ਕਰ ਲਿਆ ਸੀ, ਇਸੇ ਪ੍ਰਕਾਰ ਹੀ ਉਹਨਾਂ ਦੀ ਸੱਭਿਅਤਾ ਭਾਰਤ ਵਿੱਚ ਆਪਣਾ ਗਲਬਾ ਜਮਾ ਬੈਠੀ ਹੈ। ਇਹ ਤਾਂ ਉਹ ਗੱਲ ਹੋਈ ਹੈ ਕਿ ਆਖੋ ਅੱਗ ਲੈਣ ਆਈ ਤੇ ਘਰ ਵਾਲੀ ਬਣ ਬੈਠੀ। ਇਸ ਨੇ ਭਾਰਤੀ ਸੱਭਿਅਤਾ ਦੇ ਮੂਲ ਆਧਾਰ 100 ਪੁਣੇ ਨੂੰ ਰਿੰਨ ਕੇ ਖਾ ਲਿਆ ਹੈ। ਫਲਸਰੂਪ ਇੱਥੇ ਲੁੱਚਪੁਣਾ ਜਿਹੜਾ ਪ੍ਰਧਾਨ ਹੋ ਗਿਆ ਹੈ। ਤਾਂ ਬੱਚੋ, ਇਸ ਪੈਰੇ ਵਿੱਚ ਆਪਾਂ ਕੀ ਪੜ੍ਹਿਆ ਹੈ ਕਿ ਪੁਰਾਣੀ ਸੱਭਿਅਤਾ ਇੱਕ ਕਪਲਾ ਗਾਉਂ ਵਰਗੀ ਪਵਿੱਤਰ ਮੰਨੀ ਜਾਂਦੀ ਸੀ, ਜਿਸ ਪਸ਼ੂ ਨੂੰ ਬਹੁਤ ਪਵਿੱਤਰ ਸਮਝਿਆ ਜਾਂਦਾ ਸੀ, ਜੋ ਆਪਣੇ ਦਿਲ ਮੁਤਾਬਿਕ ਇੱਛਾਵਾਂ ਪੂਰੀਆਂ ਕਰਦੇ ਸੀ, ਉਸ ਨੂੰ ਮਹਾਨ ਸਮਝਿਆ ਜਾਂਦਾ ਸੀ। ਪਰ ਜਿਹੜੀ ਨਵੀਂ ਸੱਭਿਅਤਾ ਇੱਕ ਖੋਤੀ ਦੇ ਬਰਾਬਰ ਹੈ, ਜਿਸ ਨੂੰ ਆਪਾਂ ਕਪਲਾ ਗਾਉਂ ਨੂੰ ਵੇਚ ਕੇ ਖੋਤੀ ਆਪਣੇ ਘਰ ਵਿੱਚ ਲੈ ਆਂਦੀ ਹੈ, ਇਸ ਦੀ ਤੁਲਨਾ ਕਵੀ ਜੀ ਨੇ ਕੀਤੀ ਹੈ। ਅਗਲੀਆਂ ਪੰਕਤੀਆਂ ਵਿੱਚ ਕਵੀ ਜੀ ਦੱਸਦੇ ਹਨ, ਜੋ ਅੱਜ ਤੀਕ ਨਹੀਂ ਆਖੀ ਉਹ ਆਖੀ ਜਾਣੀ ਹੈ, ਉਹ ਦੁੱਧ ਸੀ ਬਰਕਤ ਦਾ ਇਹ ਫੁੱਟਦਾ ਪਾਣੀ ਹੈ, ਉਹ ਜੀਵਨ ਦਿੰਦੀ ਸੀ ਇਹ ਜੀਵਨ ਲੈਂਦੀ ਹੈ, ਉਹ ਖਾਣ ਨੂੰ ਦਿੰਦੀ ਸੀ ਇਹ ਖਾਣ ਨੂੰ ਪੈਂਦੀ ਹੈ, ਉਹ ਬਾਂਹ ਬਣਾਉਂਦੀ ਸੀ ਇਹ ਬਾਂਹ ਭੰਨਦੀ ਹੈ, ਉਹ ਭੋਲੀ ਭਾਲੀ ਸੀ ਇਹ ਚੰਚਲ ਮੰਨਦੀ ਹੈ, ਉਹ ਵੀਰ ਮਨਾਉਂਦੀ ਸੀ ਇਹ ਵੀਰ ਲੜਾਉਂਦੀ ਹੈ, ਉਹ ਛਾਵੇਂ ਸੁੱਟਦੀ ਸੀ ਇਹ ਸੁੱਕਣੇ ਪਾਉਂਦੀ ਹੈ, ਉਸ ਵਿੱਚ ਇੱਕ ਕਰਦਾ ਸੀ ਸਭ ਟੱਬਰ ਖਾਂਦਾ ਸੀ ਸਮੇਂ ਆਜ਼ਾਦੀ ਦੇ ਹਿੰਦ ਢੋਲੇ ਖਾਂਦਾ ਸੀ। ਇਹਨਾਂ ਪੰਕਤੀਆਂ ਵਿੱਚ ਵਿਦਿਆਰਥੀਓ ਕਵੀ ਜੀ ਕੀ ਕਹਿੰਦੇ ਹਨ ਕਿ ਇਸ ਪੱਛਮੀ ਸੱਭਿਅਤਾ ਦੇ ਦੋਸ਼ਾਂ ਅਤੇ ਪੁਰਾਣੀ ਸੱਭਿਅਤਾ ਦੇ ਗੁਣਾਂ ਬਾਰੇ ਜੋ ਕੁਝ ਵੀ ਨਹੀਂ ਕਿਹਾ ਅਜੇ ਤੱਕ, ਮੈਥੋਂ ਹੁਣ ਉਹ ਮਜਬੂਰਨ ਕਿਹਾ ਜਾਵੇਗਾ ਕਿ ਅੱਜ ਤੱਕ ਜੋ ਵੀ ਨਵੀਂ ਸੱਭਿਅਤਾ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ। ਕਵੀ
इन्ना दिल नूं गल ला के फरमा रहे हैं कि वह मजबूरन हो के मैनू कहना पै रहा है कि पुरानी सभ्यता नूं तां बरकतां भरिया दुੱਧ किहा जा सकता है, परंतु नवी सभ्यता फुट पैदा करन वाला पानी है। पुरानी सभ्यता जीवन दाती सी, वो जीवन दिंदी सी, जबकि नवी सभ्यता जीवन लैण वाली है। ਉਹ सभ्यता सब नूं खाण लई दिंदी सी, परंतु ਇਹ ਖਾਣ ਨੂੰ ਪੈਂਦੀ ਹੈ। ਉਹ ਤਾਂ ਪਰਾਏ ਨੂੰ ਵੀ ਆਪਣਾ ਭਰਾ ਬਣਾ ਲੈਣ ਦੀ ਸਮਰੱਥਾ ਰੱਖਦੀ ਸੀ ਕਿ ਪੁਰਾਣੀ ਸਭਿਅਤਾ ਵਿੱਚ ਹਰ ਕੋਈ ਦਿਲੋਂ ਇੱਕ ਦੂਸਰੇ ਨੂੰ ਪਿਆਰ ਕਰਦਾ ਸੀ ਅਤੇ ਕਿਸੇ ਓਪਰੇ ਬੰਦੇ ਨੂੰ ਵੀ ਭੈਣ ਭਰਾ ਬਣਾਉਣ ਦੀ ਸਮਰੱਥਾ ਜਿਹੜੀ ਹੈ ਪੁਰਾਣੀ ਸਭਿਅਤਾ ਵਿੱਚ ਸੀ। ਪਰੰਤੂ ਇਹ ਜਿਹੜੀ ਨਵੀਂ ਸਭਿਅਤਾ ਹੈ ਇਹ ਸਕੇ ਭਰਾਵਾਂ ਨੂੰ ਵੀ ਆਪਸ ਵਿੱਚ ਵਿਛੋੜ ਦਿੰਦੀ ਹੈ। ਉਸ ਸਭਿਅਤਾ ਵਿੱਚ ਭੋਲੀ ਭਾਲੀ ਇਕਸਾਰਤਾ ਸੀ, परंतु इस विच चंचल अस्थिरता है। ਉਹ ਸਭਿਅਤਾ ਤਾਂ ਰੁੱਸੇ ਭਰਾਵਾਂ ਨੂੰ ਮਨਾਉਣਾ ਆਪਣਾ ਫਰਜ਼ ਸਮਝਦੀ ਸੀ, ਪਰੰਤੂ ਇਹ ਸਕੇ ਭਰਾਵਾਂ ਨੂੰ ਵੀ ਆਪਸ ਵਿੱਚ ਲੜਾਉਣ ਦਾ ਕੰਮ ਕਰਦੀ ਹੈ। ਉਹ ਤਾਂ ਦੁੱਖ ਵਿੱਚੋਂ ਕੱਢ ਕੇ ਸੁੱਖ ਦੀ ਛਾਂ ਵਿੱਚ ਬਿਠਾਉਂਦੀ ਸੀ, ਪਰੰਤੂ ਇਹ ਸੁੱਖ ਦੀ ਛਾਂ ਵਿੱਚੋਂ ਚੁੱਕ ਕੇ ਪਰੇਸ਼ਾਨੀਆਂ ਦੀ ਧੁੱਪ ਵਿੱਚ ਸੁੱਕਣੇ ਪਾਉਂਦੀ ਹੈ। ਉਸ ਸਭਿਅਤਾ ਵਿੱਚ ਘਰ ਦਾ ਜਿਹੜਾ ਇੱਕ ਮੈਂਬਰ ਕਮਾਉਂਦਾ ਸੀਗਾ ਅਤੇ ਬਾਕੀ ਸਾਰੇ ਹੀ ਰਲ ਕੇ ਬਹਿ ਕੇ ਖਾਂਦੇ ਸੀ। ਹਰ ਕੋਈ ਆਜ਼ਾਦੀ ਵਿੱਚ ਵਿਸਰਦਾ ਹੋਇਆ ਖੁਸ਼ੀ ਦਾ ਗੀਤ ਗਾਉਂਦਾ ਸੀ। ਪਰ ਇਸ ਸਭਿਅਤਾ ਵਿੱਚ ਕੀ ਹੁੰਦਾ ਹੈ, ਘਰ ਵਿੱਚ ਜਿੰਨੇ ਜੀਅ ਹਨ ਉਨੇ ਹੀ ਕਮਾਉਂਦੇ ਹਨ, ਉਨੀ ਹੀ ਉਹਨਾਂ ਦੀ ਇੱਛਾਵਾਂ ਹਨ ਅਤੇ ਉਨੇ ਹੀ ਉਹ ਦੁਖੀ ਹੁੰਦੇ ਸਨ। ਇਸ ਕਰਕੇ ਪੁਰਾਣੀ ਸਭਿਅਤਾ ਦਾ ਕਵੀ ਜੀ ਬਹੁਤ ਹੀ ਸਤਿਕਾਰ ਕਰਦੇ ਹਨ। ਅਗਲੀਆਂ ਰਚਨਾਵਾਂ ਹਨ, ਪੰਕਤੀਆਂ ਹਨ। ਇਸ ਵਿੱਚ ਮਰ ਮਰ ਕੇ ਵੀ ਸਭ ਭੁੱਖੇ ਮਰਦੇ ਹਨ, ਹੋ ਕੇ ਦਿਨ ਰਾਤ ਭਰਨ ਪਰ ਪੇਟ ਨਾ ਭਰਦੇ ਹਨ। ਕਿਰਤੀ ਦੀ ਛਾਤੀ ਤੇ ਇਹ ਮੂੰਗ ਪਈ ਦਲਦੀ ਹੈ, ਰਤ ਪੀ ਪੀ ਲਿਸਿਆਂ ਦੀ ਇਹ ਦੀ ਗੋਗੜ ਪਲਦੀ ਹੈ। ਬਿਜਲੀ ਦੇ ਲਾਟੂ ਜੋ ਇਸ ਦੇ ਘਰ ਜਗਦੇ ਹਨ, ਉਹ ਨੈਣ ਗਰੀਬਾਂ ਦੇ ਕੱਢੇ ਹੋਏ ਲੱਗਦੇ ਹਨ। ਖਾ ਲਾਹ ਲਾ ਲੋਕਾਂ ਦੀ ਇਹ ਸੂਟ ਸਿਵਾਉਂਦੀ ਹੈ, ਪੀਹ ਪੀਹ ਮਜ਼ਦੂਰਾਂ ਨੂੰ ਇਹ ਪਾਊਡਰ ਲਾਉਂਦੀ ਹੈ। ਆ ਕੇ ਇਸ ਚੰਦਰੀ ਨੇ ਹੋਣੀ ਵਰਤਾ ਦਿੱਤੀ, ਲਾਲੀ ਸਭ ਭਾਰਤ ਦੀ ਢੰਗ ਨਾਲ ਉਡਾ ਦਿੱਤੀ। ਇਹਨਾਂ ਪੰਕਤੀਆਂ ਵਿੱਚ ਕਵੀ ਜੀ ਕਹਿੰਦੇ ਹਨ ਕਿ ਕਵੀ ਲਿਖਦਾ ਹੈ ਕਿ ਨਵੀਂ ਪੱਛਮੀ ਸੱਭਿਅਤਾ ਨੇ ਮਹਿੰਗਾਈ ਦੇ ਨਾਲ ਲੋਕਾਂ ਦੇ ਖਰਚੇ ਇੰਨੇ ਵਧਾ ਦਿੱਤੇ ਹਨ ਕਿ ਘਰ ਦਾ ਹਰ ਮੈਂਬਰ ਸਾਰਾ ਦਿਨ ਕੰਮ ਕਰਕੇ ਮਰ ਕੇ ਕੰਮ ਕਰਦਾ ਹੈ, ਪਰੰਤੂ ਫਿਰ ਵੀ ਸਾਰੇ ਭੁੱਖੇ ਹੀ ਮਰਦੇ ਹਨ। ਉਹ ਰਾਤ ਦਿਨ ਹੌਕੇ ਤਾਂ ਜ਼ਰੂਰ ਭਰਦੇ ਹਨ, ਪਰੰਤੂ ਉਹਨਾਂ ਦੇ ਜਿਹੜੇ ਪੇਟ ਹੈ ਉਹ ਨਹੀਂ ਭਰਦੇ ਕਿ ਉਨੀਆਂ ਹੀ ਉਹਨਾਂ ਦੀ ਇੱਛਾਵਾਂ ਦੁਨੀਆਂ ਹੋ ਜਾਂਦੀਆਂ ਹਨ। ਨਵੀਂ ਪੱਛਮੀ ਸੱਭਿਅਤਾ ਵਿੱਚ ਸਰਮਾਏ ਦੀ ਲੁੱਟ ਪ੍ਰਧਾਨ ਹੈ। ਇਹ ਕਿਰਤੀ ਨੂੰ ਬਹੁਤ ਤੰਗ ਕਰਦੀ ਹੈ। ਇਹ ਗਰੀਬ ਕਿਰਤੀਆਂ ਦਾ ਲਹੂ ਪੀ ਕੇ ਸਰਮਾਏਦਾਰ ਦੀ ਗੋਗੜ ਨੂੰ ਪਾਲਦੀ ਹੈ। ਸਰਮਾਏਦਾਰਾਂ ਦੇ ਘਰ ਵਿੱਚ ਜੋ ਬਿਜਲੀ ਦੇ ਲਾਟੂ ਜਗਦੇ ਹਨ, ਇਹ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਇਹ ਗਰੀਬਾਂ ਦੀਆਂ ਅੱਖਾਂ ਕੱਢੀਆਂ ਹੋਈਆਂ ਹੋਣ। ਇਸ ਸੱਭਿਅਤਾ ਵਿੱਚ ਸਰਮਾਏਦਾਰ ਕਿਰਤੀ ਲੋਕਾਂ ਦੀ ਖੂਬ ਖਾ ਲਾਉਂਦਾ ਹੈ ਅਤੇ ਆਪਣੇ ਲਈ ਵਧੀਆ ਸੂਟ ਸਵਾਉਂਦਾ ਹੈ। ਸਰਮਾਏਦਾਰ ਮਜ਼ਦੂਰਾਂ ਦੀਆਂ ਹੱਡੀਆਂ ਨੂੰ ਪੀਂਹਦੇ ਹਨ ਅਤੇ ਇਸ ਤੋਂ ਉਹਨਾਂ ਦੀਆਂ ਔਰਤਾਂ ਦੇ ਲਾਉਣ ਲਈ ਪਾਊਡਰ ਤਿਆਰ ਹੁੰਦਾ ਹੈ। ਇਸ ਚੰਦਰੀ ਪੱਛਮੀ ਸੱਭਿਅਤਾ ਨੇ ਆ ਕੇ ਅਜਿਹੀ ਹੋਣੀ ਵਰਤਾਈ ਹੈ ਕਿ ਭਾਰਤ ਦੇ ਚਿਹਰੇ ਉੱਪਰ ਪੁਰਾਣੀ ਸੱਭਿਅਤਾ ਦੀ ਜਿਹੜੀ ਵੀ ਲਾਲੀ ਸੀ ਉਹ ਸਾਰੀ ਇਸਨੇ ਬੜੇ ਹੀ ਤਰੀਕੇ ਨਾਲ ਉਡਾ ਕੇ ਰੱਖ ਦਿੱਤੀ ਹੈ ਕਿ ਨਵੀਂ ਸੱਭਿਅਤਾ ਨੇ ਸਭ ਕੁਛ ਤਹਿਸ਼ ਨਹਿਸ਼ ਕਰਕੇ ਰੱਖ ਦਿੱਤਾ ਹੈ। ਅਗਲੀਆਂ ਪੰਕਤੀਆਂ ਹਨ, ਪਿਛਲੇ ਵਰਿਆਵਾਂ ਦੇ ਹੁਣ ਨਾਵੇਂ ਰਹਿ ਗਏ ਹਨ, ਅੱਜ ਕੱਲ੍ਹ ਦੇ ਗੱਭਰੂ ਤਾਂ ਪਰਛਾਵੇਂ ਰਹਿ ਗਏ ਹਨ। ਪੈਲੀ ਦੀ ਵਾਟ ਕਰਨ ਤਾਂ
ਕੋਠੀ ਹਲਦੀ ਹੈ, ਮੂੰਗੀ ਦੀ ਦਾਲ ਪਈ ਨਾ ਢਿੱਡ ਵਿੱਚ ਗਲਦੀ ਹੈ। ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸਾਂ 'ਤੇ, ਇਸ ਕੈਂਚੀ ਧਰ ਦਿੱਤੀ ਕੁੜੀਆਂ ਦੀਆਂ ਕੇਸਾਂ 'ਤੇ। ਕੀ ਹੈ ਤੇ ਤਹਿਜੀਬ ਨਵੀਂ, ਟਿੱਕਾ ਬਦਨਾਮੀ ਦਾ, ਹਿੰਦ ਦੇ ਗਲ ਲਟਕ ਰਿਹਾ ਇੱਕ ਤੌਕ ਗੁਲਾਮੀ ਦਾ। ਇਹਨਾਂ ਪੰਕਤੀਆਂ ਵਿੱਚ ਕਵੀ ਜੀ ਕਹਿੰਦੇ ਹਨ ਕਿ ਵਰਤਮਾਨ ਨਵੀਂ ਸੱਭਿਅਤਾ ਵਿੱਚ ਕੋਈ ਨੌਜਵਾਨ ਪੁਰਾਣੇ ਬਹਾਦਰ ਸੂਰਮਿਆਂ ਵਰਗਾ ਦਿਖਾਈ ਨਹੀਂ ਦਿੰਦਾ। ਪੁਰਾਣੇ ਬਹਾਦਰ ਸੂਰਮਿਆਂ ਦੇ ਕੇਵਲ ਨਾਂ ਹੀ ਰਹਿ ਗਏ ਹਨ, ਉਹਨਾਂ ਵਰਗਾ ਬਹਾਦਰ ਕੋਈ ਵੀ ਨਹੀਂ। ਅਜੋਕੇ ਗੱਭਰੂ ਤਾਂ ਪਰਛਾਵਿਆਂ ਵਰਗੇ ਹੀ ਹਨ, ਜਿਹੜੇ ਬਿਲਕੁਲ ਬਲਹੀਨ ਹਨ। ਨਵੀਂ ਸੱਭਿਅਤਾ ਦੀ ਉਪਜ ਅਜੋਕੇ ਨੌਜਵਾਨਾਂ ਨੂੰ ਜੇਕਰ ਇੱਕ ਖੇਤ ਜਿੰਨਾ ਪੈਂਡਾ ਕਰਨਾ ਪੈ ਜਾਵੇ ਤਾਂ ਇਹਨਾਂ ਦਾ ਦਿਲ ਧੜਕਣ ਲੱਗ ਪੈਂਦਾ ਹੈ। ਇਹਨਾਂ ਦੇ ਮਿਹਦੇ ਇੰਨੇ ਕਮਜ਼ੋਰ ਹਨ ਕਿ ਇਹ ਮੂੰਗੀ ਦੀ ਦਾਲ ਵੀ ਨਹੀਂ ਪਚਾ ਸਕਦੇ। ਜਦ ਕਿ ਪੁਰਾਣੇ ਗੱਭਰੂ ਇੱਕ ਵੇਲੇ ਸੇਰ ਘਿਓ ਪੀ ਜਾਂਦੇ ਸੀ। ਅਜੋਕੀ ਨਵੀਂ ਸੱਭਿਅਤਾ ਵਿੱਚ ਭਾਰਤ ਦੇ ਪੁਰਾਣੇ ਪਹਿਰਾਵੇ ਇਸ ਤਰ੍ਹਾਂ ਅਲੋਪ ਹੋ ਗਏ ਹਨ, ਗਾਇਬ ਹੋ ਗਏ ਹਨ, ਜਿਵੇਂ ਉਹਨਾਂ ਉੱਪਰ ਕੋਈ ਬਿਜਲੀ ਟੁੱਟ ਪਈ ਹੋਵੇ ਤੇ ਉਹ ਸੜ ਕੇ ਸੁਆਹ ਹੋ ਗਏ ਹੋਣ। ਇਸ ਕਾਰਨ ਅੱਜ ਨਵੇਂ ਪੱਛਮੀ ਢੰਗ ਦੇ ਫੈਸ਼ਨ ਪ੍ਰਚਲਿਤ ਹੋ ਗਏ ਹਨ। ਭਾਰਤ ਦੀ ਪੁਰਾਣੀ ਸੱਭਿਅਤਾ ਵਿੱਚ ਕੁੜੀਆਂ ਦੇ ਲੰਬੇ ਵਾਲਾਂ ਨੂੰ ਪ੍ਰਿੰਸੈਸਾਂ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਕਿ ਕੁੜੀਆਂ ਲੰਬੇ ਵਾਲ ਕਰਨਾ ਆਪਣਾ ਬਹੁਤ ਹੀ ਵਧੀਆ ਜਿਹੜਾ ਰਸਮ ਰਿਵਾਜ ਉਹ ਮੰਨਦੀਆਂ ਸੀਗੀਆਂ, ਉਹਨਾਂ ਨੂੰ ਬਹੁਤ ਚੰਗਾ ਲੱਗਦਾ ਸੀ। ਪਰ ਅੱਜ ਕੱਲ੍ਹ ਦੀ ਨਵੀਂ ਸੱਭਿਅਤਾ ਦੀਆਂ ਕੁੜੀਆਂ ਦੇ ਵਾਲਾਂ ਉੱਪਰ ਕੈਂਚੀ ਚਲਾ ਕੇ ਉਹਨਾਂ ਨੂੰ ਪੱਛਮੀ ਰੰਗ ਵਿੱਚ ਰੰਗ ਦਿੱਤਾ ਹੈ। ਕਵੀ ਅਨੁਸਾਰ ਇਹ ਨਵੀਂ ਸੱਭਿਅਤਾ ਭਾਰਤ ਦੇ ਮੱਥੇ ਉੱਪਰ ਲੱਗਾ ਹੋਇਆ ਇੱਕ ਬਦਨਾਮੀ ਦਾ ਟਿੱਕਾ ਹੈ, ਜਾਂ ਇਸ ਨੂੰ ਭਾਰਤ ਦੇ ਗਲ ਵਿੱਚ ਲਮਕਦਾ ਹੋਇਆ ਗੁਲਾਮੀ ਦਾ ਪਟਾ ਵੀ ਸਮਝਣਾ ਠੀਕ ਹੋਵੇਗਾ। ਤਾਂ ਬੱਚੋ, ਉਮੀਦ ਹੈ ਤੁਹਾਨੂੰ ਵਿਧਾਤਾ ਸਿੰਘ ਧੀਰ ਜੀ ਦੀ ਪਹਿਲੀ ਰਚਨਾ ਨਵੀਂ ਪੁਰਾਣੀ ਤਹਿਜ਼ੀਬ ਸਮਝ ਆ ਗਈ ਹੋਵੇਗੀ ਕਿ ਇਸ ਕਵਿਤਾ ਦੇ ਵਿੱਚ ਨਵੀਂ ਅਤੇ ਪੁਰਾਣੀ ਤਹਿਜ਼ੀਬ ਦੀ ਤੁਲਨਾ ਵਿੱਚ ਪੁਰਾਣੀ ਤਹਿਜ਼ੀਬ ਨੂੰ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ। ਹੁਣ ਅਸੀਂ ਵਿਧਾਤਾ ਸਿੰਘ ਧੀਰ ਜੀ ਦੀ ਦੂਜੀ ਰਚਨਾ ਨੌਜਵਾਨ ਹਿੰਦੀ ਨੂੰ, ਇਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਇਸ ਨੂੰ ਵਿਸਥਾਰ ਸਹਿਤ ਪੜ੍ਹਾਂਗੇ। ਇਸ ਵਿੱਚ ਉਹਨਾਂ ਨੇ ਕੀ ਕਿਹਾ ਹੈ ਕਿ ਭਾਰਤੀ ਨੌਜਵਾਨਾਂ ਨੂੰ ਦੇਸ਼ ਦੀ ਆਨ ਅਤੇ ਸ਼ਾਨ ਅਤੇ ਆਜ਼ਾਦੀ ਦੀ ਰਾਖੀ ਲਈ ਆਪਾ ਕੁਰਬਾਨ ਕਰ ਦੇਣਾ ਚਾਹੀਦਾ ਹੈ। ਉਹ ਦੇਸ਼ ਅਤੇ ਕੌਮੀ ਝੰਡੇ ਦਾ ਰਾਖਾ ਹੈ। ਸਾਰਾ ਜਹਾਨ ਜਾਣਦਾ ਹੈ ਕਿ ਉਹ ਸੂਰਮਾ, ਬਹਾਦਰ, ਬਚਨਾਂ ਦਾ ਪੂਰਾ, ਅਣਖੀਲਾ ਅਤੇ ਅਜਿੱਤ ਤਾਕਤ ਦਾ ਮਾਲਕ ਹੈ। ਕਿਸੇ ਵੀ ਲਾਲਚੀ ਹਮਲਾਵਰਾਂ ਦਾ ਮੂੰਹ ਭੰਨਣ ਲਈ ਉਹ ਹਮੇਸ਼ਾ ਤਿਆਰ ਰਹਿੰਦਾ ਹੈ। ਉਸ ਨੂੰ ਆਪਣੀ ਮਿਹਨਤ ਨਾਲ ਦੇਸ਼ ਨੂੰ ਸਵਰਗ ਜਿਹੇ ਸੁੱਖਾਂ ਨਾਲ ਭਰਪੂਰ ਕਰ ਦੇਣਾ ਚਾਹੀਦਾ ਹੈ। ਅਜਿਹਾ ਜਿਹੜਾ ਭਾਰਤ ਦਾ ਨੌਜਵਾਨ, ਉਸ ਨੂੰ ਆਪਣੇ ਆਪ ਨੂੰ ਇਵੇਂ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਬੱਚੋ, ਹੁਣ ਅਸੀਂ ਵਿਧਾਤਾ ਸਿੰਘ ਧੀਰ ਜੀ ਦੀ ਦੂਜੀ ਰਚਨਾ ਨੌਜਵਾਨ ਹਿੰਦੀ ਨੂੰ ਵਿਸਥਾਰ ਸਹਿਤ ਪੜ੍ਹਨ ਜਾ ਰਹੇ ਹਾਂ। ਪਰਵਾਨਾ ਬਣ ਕੇ ਦੱਸ ਤੂੰ ਹਿੰਦੁਸਤਾਨ ਦਾ, ਡੰਕਾ ਵਜਾ ਕੇ ਸ਼ੇਰਾਂ ਤੂੰ ਭਾਰਤ ਦੀ ਸ਼ਾਨ ਦਾ। ਭਾਰਤ ਲਈ ਸ਼ਹੀਦ ਜੇ ਲੜਦਾ ਵੀ ਹੋ ਗਿਓ, ਤਾਰਾ ਬਣੇਗਾ ਜਗਤ ਤੇ ਫਿਰ ਆਸਮਾਨ ਦਾ। ਇਹਨਾਂ ਪੰਕਤੀਆਂ ਵਿੱਚ ਕਵੀ ਜੀ ਕਹਿੰਦੇ ਹਨ ਕਿ ਭਾਰਤੀ ਨੌਜਵਾਨ ਨੂੰ ਸੰਬੋਧਿਤ ਕੀਤਾ ਗਿਆ ਹੈ ਕਿ ਉਸ ਨੂੰ ਹਿੰਦੁਸਤਾਨ ਲਈ ਜਾਨ ਕੁਰਬਾਨ ਕਰਨ ਵਾਲਾ ਪਤੰਗਾ ਬਣ ਕੇ ਦੇਸ਼ ਦੀ ਸ਼ਾਨ ਸਾਰੀ ਦੁਨੀਆ ਵਿੱਚ ਪ੍ਰਸਿੱਧ ਕਰ ਦੇਣੀ ਚਾਹੀਦੀ ਹੈ। ਜੇਕਰ ਉਹ ਭਾਰਤ ਦੀ ਆਨ ਸ਼ਾਨ ਅਤੇ ਆਜ਼ਾਦੀ ਲਈ ਲੜਦਾ ਸ਼ਹੀਦ ਵੀ ਹੋ ਗਿਆ ਤਾਂ ਉਹ ਜਗਤ ਵਿੱਚ ਅਸਮਾਨ ਦਾ ਤਾਰਾ ਬਣ ਕੇ ਚਮਕੇਗਾ। ਉਸ ਦੀ ਕੁਰਬਾਨੀ ਨੂੰ ਦੁਨੀਆ ਹਮੇਸ਼ਾ ਹੀ ਯਾਦ
रखेगी। अगली पंक्तियां हैं। ओ नौजवाना अख है तेरे ते देश दी, राखा है देश दा अते कौमी निशान दा, सूरा है तेरी जग नूं पता बहादरी, पूरा है तू जुबान दा ते अणख आन दा, जो देश तेरे वल लालची हो मुँह करे, मुँह फेर दे तू अणखियां ऐसे शैतान दा। कवि इन्हां पंक्तियां विच कहंदे हन कि नौजवान नूं संबोधित करदिआं उन्हां ने कहा है कि उस उत्ते सारे देश दी नज़र टिकी हुई है, सारा देश उस वल देख रहा है। ਉਹ ਦੇਸ਼ ਅਤੇ ਕੌਮੀ ਨਿਸ਼ਾਨ ਦਾ, ਕੌਮੀ ਝੰਡੇ ਦਾ ਰਖਵਾਲਾ ਹੈ। ਉਹ ਸੂਰਮਾ ਹੈ ਤੇ ਉਸ ਦੀ ਬਹਾਦਰੀ ਦਾ ਸਾਰੇ ਹੀ ਸੰਸਾਰ ਨੂੰ ਪਤਾ ਹੈ। ਦੁਨੀਆ ਇਹ ਵੀ ਜਾਣਦੀ ਹੈ ਕਿ ਉਹ ਬਚਨਾਂ ਦਾ ਪੂਰਾ ਅਤੇ ਅਣਖ ਆਣ ਨੂੰ ਕਾਇਮ ਰੱਖਣ ਲਈ ਹਰ ਕੁਰਬਾਨੀ ਕਰਨ ਵਾਲਾ ਹੈ। ਹੇ ਅਣਖੀਲੇ ਨੌਜਵਾਨ, ਜਿਹੜਾ ਵੀ ਲੁੱਟ ਦੇ ਲਾਲਚ ਕਾਰਨ ਤੇਰੇ ਦੇਸ਼ ਵੱਲ ਮੂੰਹ ਕਰੇ, ਤੈਨੂੰ ਅਜਿਹੇ ਸ਼ੈਤਾਨ ਦਾ ਮੂੰਹ ਮੋੜ ਕੇ ਰੱਖ ਦੇਣਾ ਚਾਹੀਦਾ ਹੈ। ਤੈਨੂੰ ਉਸ ਦਾ ਪੂਰਾ ਜੀ ਤੋੜ ਕੇ ਜਵਾਬ ਦੇਣਾ ਚਾਹੀਦਾ ਹੈ। ਅਗਲੀਆਂ ਪੰਕਤੀਆਂ ਹਨ। ਬਣਾ ਦੇ ਦੇਸ਼ ਆਪਣਾ ਸੁਰਗਾਪੁਰੀ ਜਿਹਾ, ਭਾਰਤ ਸਦਾਵੇ ਜਗਤੇ ਸੂਰਜ ਜਹਾਨ ਦਾ, ਹੈ ਕੌਣ ਜੋ ਲੋਹਾ ਲਹੇ ਤੇਰੇ ਆ ਸਾਹਮਣੇ, ਦੁਨੀਆ ਹੈ ਲੋਹਾ ਮੰਨਦੀ ਹਿੰਦੀ ਜਵਾਨ ਦਾ। ਕਵੀ ਕਹਿੰਦਾ ਹੈ ਕਿ ਹੇ ਭਾਰਤੀ ਨੌਜਵਾਨਾਂ, ਤੈਨੂੰ ਆਪਣੀ ਮਿਹਨਤ ਨਾਲ ਆਪਣੇ ਦੇਸ਼ ਨੂੰ ਸਵਰਗ ਜਿਹਾ ਇੰਨੇ ਸੁੱਖਾਂ ਨਾਲ ਭਰਿਆ ਬਣਾ ਦੇਣਾ ਚਾਹੀਦਾ ਹੈ ਕਿ ਸਾਰੀ ਦੁਨੀਆ ਵਿੱਚ ਇਹ ਸੂਰਜ ਵਾਂਗ ਸਿਰਕੱਢ ਦਿਖਾਈ ਦੇਵੇ। ਹੇ ਭਾਰਤੀ ਨੌਜਵਾਨ, ਕਿਸ ਦੀ ਹਿੰਮਤ ਹੈ ਕਿ ਤੇਰੀ ਤਾਕਤ ਨਾਲ ਇਹ ਟੱਕਰ ਲਵੇ? ਤੇਰੇ ਸਾਹਮਣੇ ਕੌਣ ਆ ਸਕਦਾ ਹੈ? ਸਾਰੀ ਹੀ ਦੁਨੀਆ ਤੇਰੀ ਅਜਿੱਤ ਤਾਕਤ ਨੂੰ ਜਾਣਦੀ ਹੈ। ਤੈਨੂੰ ਮੁਕਾਬਲੇ ਵਿੱਚ ਕੋਈ ਵੀ ਹਰਾ ਨਹੀਂ ਸਕਦਾ। ਸੋ ਬੱਚੋ, ਉਮੀਦ ਹੈ ਤੁਹਾਨੂੰ ਵਿਧਾਤਾ ਸਿੰਘ ਤੀਰ ਜੀ ਦੀ ਦੂਜੀ ਰਚਨਾ ਵੀ ਚੰਗੀ ਤਰ੍ਹਾਂ ਸਮਝ ਲੱਗੀ ਹੋਵੇਗੀ। ਹੁਣ ਅਸੀਂ ਇਹਨਾਂ ਕਵਿਤਾਵਾਂ ਦੇ ਅਰਥਾਵਲੀ, ਔਖੇ ਸ਼ਬਦਾਂ ਦੇ ਜਿਹੜੇ ਅਰਥ ਜੋ ਸਾਡੀ ਕਵਿਤਾ ਵਿੱਚ ਆਏ ਹਨ, ਉਹਨਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਪਹਿਲਾ ਸ਼ਬਦ ਹੈ ਪੱਤਰਾਵਾਚ ਗਿਆ। ਪੱਤਰਾਵਾਚ ਗਿਆ ਤੋਂ ਕੀ ਭਾਵ ਹੁੰਦਾ ਹੈ? ਬੀਤ ਗਿਆ। ਦੂਜਾ ਸ਼ਬਦ ਹੈ ਵਰਿਆਮ। ਵਰਿਆਮ ਤੋਂ ਭਾਵ ਹੁੰਦਾ ਹੈ ਸੂਰਮਾ ਅਤੇ ਬਹਾਦਰ। ਅਗਲਾ ਸ਼ਬਦ ਹੈ ਦਾਨੇ। ਦਾਨੇ ਤੋਂ ਭਾਵ ਹੁੰਦਾ ਹੈ ਸਿਆਣੇ। ਚੌਥਾ ਸ਼ਬਦ ਹੈ ਬਰਕਤ। ਬਰਕਤ ਤੋਂ ਭਾਵ ਹੁੰਦਾ ਹੈ ਵਾਧਾ। ਪੰਜਵਾਂ ਸ਼ਬਦ ਹੈ ਤਦਬੀਰ। ਤਦਬੀਰ ਤੋਂ ਭਾਵ ਹੈ ਤਰਕੀਬ ਜਾਂ ਯਤਨ। ਛੇਵਾਂ ਸ਼ਬਦ ਹੈ ਸਾਡਾ ਪਰਵਾਨਾ। ਪਰਵਾਨਾ ਤੋਂ ਕੀ ਭਾਵ ਹੁੰਦਾ ਹੈ ਬੱਚੋ? ਪਤੰਗਾ। ਸੱਤਵਾਂ ਸ਼ਬਦ ਹੈ ਸਾਡਾ ਤਕਦੀਰ। ਤਕਦੀਰ ਤੋਂ ਭਾਵ ਹੁੰਦਾ ਹੈ ਕਿਸਮਤ। ਅੱਠਵਾਂ ਸ਼ਬਦ ਹੈ ਤਹਿਜ਼ੀਬ। ਤਹਿਜ਼ੀਬ ਤੋਂ ਭਾਵ ਹੁੰਦਾ ਹੈ ਸੱਭਿਅਤਾ। ਨੌਵਾਂ ਸਾਡਾ ਸ਼ਬਦ ਹੈ ਡੰਕਾ ਵਜਾਉਣਾ। ਡੰਕਾ ਵਜਾਉਣਾ ਤੋਂ ਭਾਵ ਹੈ ਮਸ਼ਹੂਰ ਕਰਨਾ। ਦਸਵਾਂ ਸ਼ਬਦ ਹੈ ਜ਼ਬਾਨ। ਜ਼ਬਾਨ ਤੋਂ ਭਾਵ ਹੁੰਦਾ ਹੈ ਵਚਨ ਜਾਂ ਕਰਾਰ। 11ਵਾਂ ਸ਼ਬਦ ਹੈ ਸਾਡਾ ਕਪਲਾ ਗਊ। ਉਹ ਗਊ ਜੋ ਮਨ ਚਿਤਵੇ ਪਦਾਰਥ ਦਿੰਦੀ ਸੀ, ਜੋ ਕਿ ਬਹੁਤ ਹੀ ਪਵਿੱਤਰ ਪਸ਼ੂ ਮੰਨਿਆ ਗਿਆ ਹੈ। 12ਵਾਂ ਸ਼ਬਦ ਹੈ ਸ਼ੈਤਾਨ। ਸ਼ੈਤਾਨ ਤੋਂ ਭਾਵ ਹੁੰਦਾ ਹੈ ਸ਼ਰਾਰਤੀ। 13ਵਾਂ ਸ਼ਬਦ ਹੈ ਸੁਰਗਾਪੁਰੀ। ਸੁਰਗਾਪੁਰੀ ਤੋਂ ਭਾਵ ਹੁੰਦਾ ਹੈ ਸੁਰਗਾ ਵਾਲੀ ਥਾਂ। 14ਵਾਂ ਸ਼ਬਦ ਹੈ ਲੋਹਾ ਮੰਨਣਾ। ਲੋਹਾ ਮੰਨਣਾ ਤੋਂ ਭਾਵ ਹੁੰਦਾ ਹੈ ਈਨ ਮੰਨਣਾ। 15ਵਾਂ ਸ਼ਬਦ ਹੈ ਜ਼ਹਿਮਤ।
ਜ਼ਹਿਮਤ ਤੋਂ ਭਾਵ ਹੁੰਦਾ ਹੈ ਰੋਗ, ਬਿਮਾਰੀ ਜਾਂ ਦੁੱਖ। 16ਵਾਂ ਸ਼ਬਦ ਹੈ ਸਾਡਾ ਲੋਹਾ ਲੈਣਾ। ਲੋਹਾ ਲੈਣਾ ਤੋਂ ਭਾਵ ਹੁੰਦਾ ਹੈ ਬੱਚਿਓ ਟੱਕਰ ਲੈਣਾ। ਹੁਣ ਅਸੀਂ ਇਸ ਪਾਠ ਦਾ ਜਿਹੜਾ ਅਭਿਆਸ ਹੈ ਉਹ ਕਰਨ ਜਾ ਰਹੇ ਹਾਂ। ਪਹਿਲਾ ਸਾਡਾ ਇਹਦੇ ਵਿੱਚ ਅਭਿਆਸ ਵਿੱਚ ਪਹਿਲੀ ਗੱਲ ਸਾਨੂੰ ਕੀ ਪੁੱਛੀ ਗਈ ਹੈ ਕਿ ਨਵੀਂ ਪੁਰਾਣੀ ਤਹਿਜ਼ੀਬ ਦਾ ਕੇਂਦਰੀ ਭਾਵ ਲਿਖੋ। ਤਾਂ ਬੱਚਿਓ ਮੈਨੂੰ ਉਮੀਦ ਹੈ ਤੁਹਾਨੂੰ ਕਵਿਤਾ ਪੜ੍ਹਨ ਤੋਂ ਬਾਅਦ ਇਸ ਦੇ ਕੇਂਦਰੀ ਭਾਵ ਨੂੰ ਕਰਨਾ ਬਹੁਤ ਸੌਖਾ ਹੋ ਜਾਵੇਗਾ। ਅਸੀਂ ਫਿਰ ਇੱਕ ਵਾਰੀ ਇਸ ਦਾ ਕੇਂਦਰੀ ਭਾਵ ਦੁਹਰਾਉਂਦੇ ਹਾਂ ਕਿ ਇਸ ਕਵਿਤਾ ਵਿੱਚ ਕੀ ਹੈਗਾ ਕਿ ਭਾਰਤ ਦੀ ਪੁਰਾਣੀ ਸੱਭਿਅਤਾ ਵਿੱਚ ਪਵਿੱਤਰਤਾ, ਪ੍ਰੇਮ ਪਿਆਰ, ਸਾਉਪੁਣਾ, ਸੁਰਮਤਾਈ ਅਤੇ ਸਾਦਗੀ ਪ੍ਰਧਾਨ ਸੀ, ਪਰੰਤੂ ਨਵੀਂ ਸੱਭਿਅਤਾ ਪੱਛਮੀ ਸੱਭਿਅਤਾ ਵਿੱਚ ਵੈਰ ਵਿਰੋਧ, ਲੁੱਚਪੁਣੇ, ਕਿਰਤੀਆਂ ਦੀ ਲੁੱਟ, ਭੁੱਖ ਨੰਗ, ਕਮਜ਼ੋਰ ਸਰੀਰਾਂ ਵਾਲੇ ਗੱਭਰੂਆਂ ਅਤੇ ਨਵੇਂ ਫੈਸ਼ਨਾਂ ਨਾਲ ਇਹ ਭਰਪੂਰ ਹੈ, ਜਿਸ ਕਰਕੇ ਇਸ ਨੂੰ ਭਾਰਤ ਦੇ ਮੱਥੇ ਉੱਤੇ ਲੱਗਾ ਹੋਇਆ ਵੱਡਾ ਕਲੰਕ ਸਮਝਣਾ ਚਾਹੀਦਾ ਹੈ। ਅਗਲੀ ਕਵਿਤਾ ਨੌਜਵਾਨ ਹਿੰਦੀ ਨੂੰ ਕਵਿਤਾ ਦਾ ਕੇਂਦਰੀ ਭਾਵ ਲਿਖੋ। ਇਸ ਵਿੱਚ ਵਰਤੋ ਭਾਰਤੀ ਨੌਜਵਾਨਾਂ ਨੂੰ ਦੇਸ਼ ਦੀ ਆਨ ਸ਼ਾਨ ਅਤੇ ਆਜ਼ਾਦੀ ਦੀ ਰਾਖੀ ਲਈ ਆਪਾ ਕੁਰਬਾਨ ਕਰ ਦੇਣਾ ਚਾਹੀਦਾ ਹੈ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਉਹ ਦੇਸ਼ ਅਤੇ ਕੌਮੀ ਝੰਡੇ ਦਾ ਰਾਖਾ ਹੈ। ਸਾਰਾ ਜਹਾਨ ਜਾਣਦਾ ਹੈ ਕਿ ਉਹ ਸੂਰਮਾ, ਬਹਾਦਰ, ਬਚਨਾਂ ਦਾ ਪੂਰਾ, ਅਣਖੀਲਾ ਅਤੇ ਅਜਿੱਤ ਤਾਕਤ ਦਾ ਮਾਲਕ ਹੈ। ਕਿਸੇ ਵੀ ਲਾਲਚੀ ਹਮਲਾਵਰਾਂ ਦਾ ਮੂੰਹ ਭੰਨਣ ਲਈ ਤਿਆਰ ਰਹਿੰਦਿਆਂ ਉਸ ਨੂੰ ਆਪਣੀ ਮਿਹਨਤ ਨਾਲ ਦੇਸ਼ ਨੂੰ ਸਵਰਗ ਜਿਹੇ ਸੁੱਖਾਂ ਨਾਲ ਭਰਪੂਰ ਕਰ ਦੇਣਾ ਚਾਹੀਦਾ ਹੈ। ਇਹ ਸੀ ਬੱਚੋ ਸਾਡੀ ਦੋਨੋਂ ਜਿਹੜੀ ਕਵਿਤਾ ਵਿਧਾਤਾ ਸਿੰਘ ਧੀਰ ਜੀ ਦੀ ਲਿਖੀ ਨਵੀਂ ਪੁਰਾਣੀ ਤਹਿਜ਼ੀਬ ਅਤੇ ਨੌਜਵਾਨ ਹਿੰਦੀ ਨੂੰ ਦੇ ਕੇਂਦਰੀ ਭਾਵ। ਹੁਣ ਅਸੀਂ ਇਹਨਾਂ ਕਵਿਤਾਵਾਂ ਦੇ ਕੁਝ ਵਸਤੂਨਿਸ਼ਟ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ, ਜਿਸ ਵਿੱਚ ਪਹਿਲਾ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਕਵੀ ਅਨੁਸਾਰ ਅਸੀਂ ਆਪਣੀ ਤਹਿਜ਼ੀਬ ਗਵਾ ਕੇ ਅਸਲ ਵਿੱਚ ਕੀ ਗਵਾ ਲਿਆ ਹੈ। ਸੋ ਬੱਚੋ ਉਮੀਦ ਹੈ ਮੈਨੂੰ ਤੁਹਾਨੂੰ ਇਸ ਦਾ ਉੱਤਰ ਆਉਂਦਾ ਹੋਏਗਾ ਕਿ ਆਪਾਂ ਕੀ ਗਵਾ ਲਿਆ ਹੈ, ਆਪਣੀ ਅਕਲ। ਕਿ ਕਵੀ ਅਨੁਸਾਰ ਅਸੀਂ ਆਪਣੀ ਤਹਿਜ਼ੀਬ ਗਵਾ ਕੇ ਅਸਲ ਵਿੱਚ ਆਪਣੀ ਅਕਲ ਹੀ ਗਵਾ ਲਈ ਹੈ। ਦੂਸਰਾ ਪ੍ਰਸ਼ਨ ਹੈ ਕਵੀ ਪੱਛਮੀ ਤਹਿਜ਼ੀਬ ਨੂੰ ਕੀ ਕਰਾਰ ਦਿੰਦਾ ਹੈ। ਤਾਂ ਬੱਚੋ ਇਸ ਦਾ ਉੱਤਰ ਹੈ ਝੂਠ। ਕਿ ਕਵੀ ਪੱਛਮੀ ਤਹਿਜ਼ੀਬ ਨੂੰ ਝੂਠ ਦਾ ਜਿਹੜਾ ਨਾਂ ਹੈ ਉਹ ਕਰਾਰ ਦਿੰਦਾ ਹੈ। ਤੀਸਰਾ ਪ੍ਰਸ਼ਨ ਹੈ ਪੱਛਮੀ ਸੱਭਿਅਤਾ ਵਿੱਚ ਸਰਮਾਏਦਾਰ ਕਿਸ ਦੀ ਖੂਬ ਖੱਲ ਲਾਉਂਦਾ ਹੈ। ਕਿਸ ਦੀ ਖੂਬ ਖੱਲ ਲਾਉਂਦਾ ਹੈ? ਕਿਰਤੀ ਦੀ ਜੋ ਕੰਮ ਕਰਦੇ ਹਨ। ਚੌਥਾ ਪ੍ਰਸ਼ਨ ਹੈ ਕਵੀ ਨੂੰ ਅੱਜ ਕੱਲ੍ਹ ਦੇ ਗੱਭਰੂ ਕੀ ਜਾਪਦੇ ਹਨ। ਉੱਤਰ ਹੈ ਪਰਛਾਵੇਂ। ਕਵੀ ਨੂੰ ਅੱਜ ਕੱਲ੍ਹ ਦੇ ਗੱਭਰੂ ਪਰਛਾਵੇਂ ਜਾਪਦੇ ਹਨ। ਪੰਜਵਾਂ ਪ੍ਰਸ਼ਨ ਹੈ ਕਵੀ ਕਿਸ ਨੂੰ ਗੁਲਾਮੀ ਦਾ ਤੌਕ ਕੀ ਹੁੰਦਾ ਹੈ? ਪਟਾ। ਤੌਕ ਤੋਂ ਭਾਵ ਹੈ ਪਟਾ। ਕਿ ਤੌਕ ਕਰਾਰ ਦਿੰਦਾ ਹੈ ਕਿ ਕਵੀ ਕਿਸ ਨੂੰ ਗੁਲਾਮੀ ਦਾ ਤੌਕ ਕਰਾਰ ਦਿੰਦਾ ਹੈ? ਉੱਤਰ ਹੈ ਪੱਛਮੀ ਤਹਿਜ਼ੀਬ ਨੂੰ। ਪੱਛਮੀ ਤਹਿਜ਼ੀਬ ਨੂੰ ਜੋ ਨਵੀਂ ਸੱਭਿਅਤਾ ਹੈ ਉਸ ਨੂੰ ਕਵੀ ਗੁਲਾਮੀ ਦਾ ਤੌਕ ਕਰਾਰ ਦਿੰਦਾ ਹੈ। ਉਮੀਦ ਹੈ ਵਿਦਿਆਰਥੀਓ ਤੁਹਾਨੂੰ ਵਿਧਾਤਾ ਸਿੰਘ ਧੀਰ ਜੀ ਦੇ ਦੋਨੋਂ ਰਚਨਾਵਾਂ ਜਿਹੜੀ ਨਵੀਂ ਪੁਰਾਣੀ ਤਹਿਜ਼ੀਬ ਅਤੇ ਨੌਜਵਾਨ ਹਿੰਦੀ ਨੂੰ ਚੰਗੀ ਤਰ੍ਹਾਂ ਸਮਝ ਲੱਗੀ ਹੋਵੇਗੀ। ਬਹੁਤ ਬਹੁਤ ਧੰਨਵਾਦ।